ਸੋਏਟ ਮਾਰਟਨ ਦੀ ਪੁਸਤਕ ਕਰੋੜਪਤੀ ਕਿਵੇਂ ਬਣੀਏ। ਤੁਹਾਡੇ ਕੋਲ ਕੋਈ ਪੂੰਜੀ ਨਹੀਂ ਹੈ, ਪਰ ਇਸ ਨਾਲ ਕੀ, ਤੁਸੀਂ ਚਿੰਤਾ ਨਾ ਕਰੋ। ਬਿਨਾਂ ਕਿਸੇ ਪੂੰਜੀ ਦੇ ਤੁਸੀਂ ਕਰੋੜਪਤੀ ਬਣ ਸਕਦੇ ਹੋ। ਦੌਲਤ ਤੁਹਾਡੇ ਕਦਮਾਂ 'ਚ ਝੂਮ ਸਕਦੀ ਹੈ। ਤੁਸੀਂ ਇਸ ਪੁਸਤਕ ਨੂੰ ਪੜ੍ਹੋ ਤਾਂ ਸਹੀ। ਅਗਲਾ ਅੰਗ ਹੈ ਪ੍ਰਸੰਨਤਾ। ਦੋ ਵਿਅਕਤੀ ਆਮਣੇ ਸਾਹਮਣੇ ਹਨ। ਇੱਕ ਪ੍ਰਸੰਨਤਾ ਨਾਲ ਮੁਸਕਰਾ ਰਿਹਾ ਹੈ ਅਤੇ ਦੂਸਰਾ ਮੂੰਹ ਲਟਕਾਈ ਬੈਠਾ ਹੈ। ਮੁਸਕਰਾਉਣ ਵਾਲਾ ਆਕਰਸ਼ਕ ਵੀ ਨਹੀਂ ਹੈ। ਮੂੰਹ ਲਟਕਾ ਕੇ ਬੈਠਾ ਵਿਅਕਤੀ ਬਹੁਤ ਆਕਰਸ਼ਕ ਹੈ। ਅਜਿਹੇ ਮੌਕੇ 'ਤੇ ਤੁਸੀਂ ਦੋਹਾਂ 'ਚੋਂ ਕਿਹਨੂੰ ਦੇਖਣਾ ਪਸੰਦ ਕਰੋਗੇ? ਨਿਸ਼ਚੇ ਹੀ ਸਭ ਤੋਂ ਪਹਿਲਾਂ ਤੁਹਾਡੀ ਨਿਗਾਹ ਉਹ 'ਤੇ ਜਾਏਗੀ ਜੋ ਮੁਸਕਰਾ ਰਿਹਾ ਹੈ। ਇਹਦਾ ਕਾਰਨ ਇਹ ਹੈ ਕਿ ਹਰ ਇੱਕ ਪ੍ਰਸੰਨ ਵਿਅਕਤੀ ਸਾਨੂੰ ਚੰਗਾ ਲੱਗਦਾ ਹੈ। ਪ੍ਰਸੰਨਤਾ ਈਸ਼ਵਰੀ ਵਰਦਾਨ ਦੇ ਰੂਪ 'ਚ ਮੰਨੀ ਗਈ ਹੈ। ਕੁਝ ਲੋਕ ਹਮੇਸ਼ਾ ਮੂੰਹ ਲਟਕਾਈ ਬੈਠੇ ਰਹਿੰਦੇ ਹਨ ਜਾਂ ਗੰਭੀਰਤਾ ਤਾਣੀ ਰੱਖਦੇ ਹਨ। ਉਹਨਾਂ ਦੇ ਚਿਹਰਿਆਂ 'ਤੇ ਪ੍ਰਸੰਨਤਾ ਦੇ ਚਿੰਨ੍ਹ ਨਹੀਂ ਹੁੰਦੇ। ਹਰ ਸਮੇਂ ਮੂੰਹ ਲਟਕਾਈ ਬੈਠਾ ਵਿਅਕਤੀ ਇਸੇ ਕਾਰਨ ਲੋਕਾਂ ਦੀਆਂ ਨਜ਼ਰਾਂ 'ਚ ਮਨਹੂਸ ਮੰਨਿਆ ਜਾਂਦਾ ਹੈ। ਕੁਝ ਲੋਕ ਤਾਂ ਉਹਦਾ ਮੂੰਹ ਦੇਖਣਾ ਵੀ ਪਸੰਦ ਨਹੀਂ ਕਰਦੇ। ਅਜਿਹਾ ਵਿਅਕਤੀ ਇੱਕ ਅਪਸ਼ਗਨ ਦੇ ਰੂਪ 'ਚ ਮੰਨ ਲਿਆ ਜਾਂਦਾ ਹੈ। ਅਖੀਰ ਮੂੰਹ ਲਟਕਾ ਕੇ ਲੋਕ ਕਿਉਂ ਬੈਠੇ ਰਹਿੰਦੇ ਹੈ? ਕੇਵਲ ਆਪਣੇ ਮਨ ਦੀਆਂ ਭਾਵਨਾਵਾਂ ਦੇ ਕਾਰਨ ਕੋਈ ਕੰਮ ਨਹੀਂ ਬਣਿਆ। ਅਟਕ ਗਿਆ, ਰੁਕ ਗਿਆ, ਉਦਾਸ ਹੋ ਗਏ, ਮੂੰਹ ਲਟਕ ਗਿਆ। ਮੂੰਹ ਲਟਕਾ ਕੇ ਬੈਠਣ ਵਾਲੇ ਦੂਸਰਿਆਂ ਦਾ ਵੀ ਮਨ ਖੱਟਾ ਕਰ ਦਿੰਦੇ ਹੈ। ਉਹਨਾਂ ਦੀ ਇਹ ਦਸ਼ਾ ਦੇਖ ਕੇ ਦੂਸਰਿਆਂ ਦੀ ਪ੍ਰਸੰਨਤਾ ਗਾਇਬ ਹੋ ਜਾਂਦੀ ਹੈ। ਇਹ ਕਿਰਿਆ ਇੱਕ ਪ੍ਰਕਾਰ ਨਾਲ ਛੂਤ ਦੀ ਬਿਮਾਰੀ ਹੈ। ਇੱਕ ਮਨਹੂਸ ਜੇ 10-5 ਆਦਮੀਆਂ ਦੇ ਵਿੱਚ ਆ ਕੇ ਬੈਠ ਜਾਂਦਾ ਹੈ ਤਾਂ ਵਾਤਾਵਰਨ ਉਹੋ ਜਿਹਾ ਹੀ ਹੋ ਜਾਂਦਾ ਹੈ। ਸਭ ਦੇ ਮਨ ਖੱਟੇ ਪੈ ਜਾਇਆ ਕਰਦੇ ਹੈ। ਖਾਮੋਸ਼ੀ ਛਾ ਜਾਇਆ ਕਰਦੀ ਹੈ। ਇਸੇ ਪ੍ਰਕਾਰ ਗੰਭੀਰਤਾ ਤਾਣੀ ਜਦੋਂ ਇੱਕ ਆਦਮੀ ਹੈ ਤਾਂ ਬਾਕੀ ਸਭ ਵੀ ਗੰਭੀਰ ਹੋ ਜਾਇਆ ਕਰਦੇ ਨੇ। ਆਖਿਰ ਮੂੰਹ ਲਟਕਾਉਣਾ ਕੀ ਹੈ? ਮਨੋਵਿਗਿਆਨ ਵਿੱਚ ਇਹ ਆਦਤ ਜਾਂ ਸੁਭਾਅ ਮੰਨਿਆ ਗਿਆ ਹੈ। ਮੂੰਹ ਲਟਕਾਉਣ ਨਾਲ ਲਾਭ ਨਹੀਂ, ਨੁਕਸਾਨ ਹੀ ਜ਼ਿਆਦਾ ਹੁੰਦਾ ਹੈ। ਇਸ ਪ੍ਰਕਾਰ ਮੂੰਹ ਲਟਕਾਏ ਵਿਅਕਤੀ ਦੀਆਂ ਬਾਕੀ ਸ਼ਕਤੀਆਂ ਵੀ ਕਮਜ਼ੋਰ ਪੈ ਜਾਂਦੀਆਂ। ਕੀਰਤੀ ਸਾਰੀ ਸਮਾਪਤ ਹੋ ਜਾਂਦੀ ਹੈ। ਬਸ ਸੋਚ ਵਿੱਚ ਗਮ 'ਚ ਡੁੱਬਿਆ ਰਹਿੰਦਾ ਹੈ। ਇਹਦੇ ਅਸਰ ਉਸੇ ਉੱਤੇ ਸਭ ਤੋਂ ਜ਼ਿਆਦਾ ਪੈਂਦਾ ਹੈ। ਮੂੰਹ ਲਟਕਾਉਣ ਜਾਂ ਦੁਖੀ ਹੋ ਕੇ ਬੈਠਣ ਦੀ ਕੀ ਜ਼ਰੂਰਤ ਹੈ? ਇਸ ਪ੍ਰਕਾਰ ਕਰਨ ਨਾਲ ਅੱਜ ਤੱਕ ਕਿਸੇ ਨੂੰ ਕੋਈ ਲਾਭ ਨਹੀਂ ਮਿਲਿਆ। ਜੋ ਜੀਵਨ 'ਚ ਸਫਲ ਹੋਣਾ ਚਾਹੁੰਦਾ ਹੈ, ਆਪਣਾ ਜੀਵਨ ਸੁਰੱਖਿਅਤ ਰੱਖਣਾ ਚਾਹੁੰਦਾ ਹੈ, ਉਹਨਾਂ ਲਈ ਮਨਹੂਸ ਬਣੇ ਰਹਿਣਾ, ਚਿਹਰਾ ਲਟਕਾ ਕੇ ਬੈਠੇ ਰਹਿਣਾ ਉਹਨਾਂ ਨੂੰ ਕਦੀ ਵੀ ਮੰਜ਼ਿਲ ਮਕਸੂਦ 'ਤੇ ਨਹੀਂ ਪਹੁੰਚਾ ਸਕਦਾ। ਜੋ ਹੋ ਚੁੱਕਿਆ ਉਹ ਚਿਹਰਾ ਲਟਕਾ ਕੇ ਬੈਠਣ ਨਾਲ ਬਣਨ ਵਾਲਾ ਤਾਂ ਨਹੀਂ। ਅਜਿਹਾ ਕਰਨ ਨਾਲ ਜੀਵਨ 'ਚ ਕੁਝ ਨਹੀਂ ਬਣ ਸਕਦਾ। ਇਸ ਸੱਚਾਈ ਨੂੰ ਜਾਣਨ ਦੇ ਬਾਅਦ ਜੇ ਆਦਮੀ ਇਸ ਪ੍ਰਕਾਰ ਦਾ ਵਿਹਾਰ ਕਰਦਾ ਹੈ ਤਾਂ ਇਹ ਉਹਦੀ ਮੂਰਖਤਾ ਮੰਨੀ ਜਾਏਗੀ। ਆਖਿਰ ਲਾਭ ਕੀ ਹੈ? ਤੁਸੀਂ ਉਦਾਸ ਕਿਉਂ ਹੁੰਦੇ ਹੋ? ਦੁੱਖ ਕਿਉਂ ਮੰਨਦੇ ਹੋ? ਇਸ ਪ੍ਰਕਾਰ ਆਪਣਾ ਮਨ ਦੁਖੀ ਕਰਕੇ ਤੁਸੀਂ ਆਪਣਾ ਹੀ ਨੁਕਸਾਨ ਕਰਦੇ ਹੋ ਅਤੇ ਦੂਜਿਆਂ ਦੀਆਂ ਨਜ਼ਰਾਂ 'ਚ ਤੁਸੀਂ ਮਖੌਲ ਦੇ ਪਾਤਰ ਬਣਦੇ ਹੋ। ਉਦਾਸੀ, ਮਨਹੂਸੀਅਤ ਜਾਂ ਦੁੱਖ ਮਨਾਉਣ ਵਾਲਾ ਵਿਅਕਤੀ ਭਾਵਨਾ ਦੀ ਰਫ਼ਤਾਰ ਨੂੰ ਹੌਲੀ ਕਰਦਾ ਹੈ। ਉਹਦਾ ਆਪਣਾ ਨੁਕਸਾਨ ਹੁੰਦਾ ਹੈ। ਉਹਦੇ ਆਪਣੇ ਇਸ ਪ੍ਰਕਾਰ ਦੇ ਵਿਹਾਰ ਦਾ ਦਿਮਾਗ ਉੱਤੇ ਡੂੰਘਾ ਅਸਰ ਪੈਂਦਾ ਹੈ ਅਤੇ ਉਹ ਬਿਮਾਰ ਵੀ ਹੋ ਜਾਂਦਾ ਹੈ। ਦਿਲ ਨੂੰ ਇੱਕ ਸਦਮਾ ਪਹੁੰਚ ਸਕਦਾ ਹੈ। ਇਸ ਪ੍ਰਕਾਰ ਕਰਨ ਵਾਲੇ ਵਿਅਕਤੀ ਦਾ ਇਸ 'ਚ ਨੁਕਸਾਨ ਹੈ। ਮਨਹੂਸੀਅਤ, ਉਦਾਸੀ, ਮੂੰਹ ਲਟਕਾ ਕੇ ਬੈਠਣ ਵਾਲੇ ਵਿਅਕਤੀ ਨੂੰ ਦੁਰਗਾਮੀ ਨਤੀਜੇ ਵੀ ਭੋਗਣੇ ਪੈਂਦੇ ਹੈ। ਤੁਸੀਂ ਸਫਲਤਾ ਪ੍ਰਾਪਤ ਕਰਨੀ ਹੈ, ਧਨ ਸੰਪਤੀ ਲਿਆਉਣੀ ਹੈ ਤਾਂ ਹਮੇਸ਼ਾ ਪ੍ਰਸੰਨ ਚਿੱਤ ਰਹੋ। ਦੁੱਖ ਦੇ ਮੌਕੇ ਆਉਣ ਤਾਂ ਉਹਨਾਂ ਨੂੰ ਟਾਲ ਦਿਓ। ਉਦਾਸ, ਮਨਹੂਸ ਬਣ ਕੇ ਬੈਠਣ ਦੀ ਜ਼ਰੂਰਤ ਨਹੀਂ ਹੈ। ਪ੍ਰਸੰਨਤਾ ਹਮੇਸ਼ਾ ਤੁਹਾਨੂੰ ਉਤਸ਼ਾਹ ਦੇਵੇਗੀ। ਉਦਾਸੀ, ਮਨਹੂਸੀਅਤ, ਗੰਭੀਰਤਾ ਤੁਹਾਡੇ ਨਿਕੰਮੇ, ਆਲਸੀ ਅਤੇ ਸੁਸਤ ਤੁਹਾਨੂੰ ਉਦਾਸੀ, ਮਨਹੂਸੀਅਤ, ਗੰਭੀਰਤਾ ਤੁਹਾਡੇ ਨਿਕੰਮੇ, ਆਲਸੀ ਅਤੇ ਸੁਸਤ ਬਣਾਏਗੀ, ਜਦ ਕਿ ਪ੍ਰਸੰਨਤਾ ਤੁਹਾਨੂੰ ਨਿਰੋਗ ਰੱਖੇਗੀ। ਪ੍ਰਸੰਨਤਾ 'ਚ ਇਸ਼ਨਾਨ ਕਰਨ ਵਾਲਾ ਵਿਅਕਤੀ ਕਦੇ ਅਸਵਸਥ ਨਹੀਂ ਰਹਿੰਦਾ। ਤੁਸੀਂ ਆਪ ਸੁਣਿਆ ਹੋਵੇਗਾ, ਡਾਕਟਰ ਵੀ ਬਾਰ-ਬਾਰ ਇਸ ਗੱਲ ਨੂੰ ਕਹਿੰਦੇ ਹੈ, ਪ੍ਰਸੰਨ ਰਹਿਣ ਨਾਲ ਸਵਾਸਥ ਬਣਿਆ ਰਹਿੰਦਾ। ਪ੍ਰਸੰਨਤਾ ਦਾ ਸਾਡੇ ਸਰੀਰ ਦੀ ਤੰਦਰੁਸਤੀ ਉੱਤੇ ਡੂੰਘਾ ਅਸਰ ਪੈਂਦਾ ਹੈ। ਇਹ ਤੱਥ ਸਰਵਮਾਨਿਆ ਹੈ ਕਿ ਦਿਮਾਗ ਦੀ ਸਾਡੇ ਸਾਰੇ ਸਰੀਰ ਦੀ ਵਿਵਸਥਾ ਦਾ ਕੰਟਰੋਲ ਕਰਦਾ ਹੈ। ਉਹਦੇ ਹੱਥ 'ਚ ਹੀ ਸਭ ਕੁਝ ਹੈ। ਉਦਾਸੀ, ਮਨਹੂਸੀਅਤ ਨਾਲ ਦਿਮਾਗ ਬੋਝਲ ਹੋ ਜਾਂਦਾ ਹੈ। ਉਹਦੀ ਕੰਟਰੋਲ ਸ਼ਕਤੀ 'ਚ ਗੜਬੜੀ ਆ ਜਾਂਦੀ ਹੈ। ਫਿਰ ਸਰੀਰ ਵਿੱਚ ਤਰ੍ਹਾਂ ਦੀਆਂ ਖਰਾਬੀਆਂ ਉਤਪੰਨ ਹੋ ਸਕਦੀਆਂ। ਸਿਰ ਦਰਦ, ਬੁਖਾਰ, ਦੁਰਬਲਤਾ ਸਰੀਰ ਨੂੰ ਚਪੇਟ ਲਿਆ ਸਕਦੀ। ਪ੍ਰਸੰਨਤਾ ਨਾਲ ਦਿਮਾਗ ਤਰੋ ਤਾਜ਼ਾ ਮੰਨਿਆ ਗਿਆ। ਉਹ ਬਰਾਬਰ ਸਜਰਾ ਹੋ ਕੇ
ਆਪਣੇ ਸਰੀਰ ਦਾ ਸਾਰਾ ਪ੍ਰਬੰਧ ਇੱਕਦਮ ਠੀਕ ਠਾਕ ਰੱਖ। ਸਰੀਰ ਦਾ ਪ੍ਰਬੰਧ ਠੀਕ ਰਹਿਣ ਤੇ ਤੁਸੀਂ ਹਮੇਸ਼ਾ ਤੰਦਰੁਸਤ ਰਹੋਗੇ। ਪ੍ਰਸੰਨਤਾ ਅਸਲ 'ਚ ਕੁਦਰਤ ਵੱਲੋਂ ਦਿੱਤੀ ਗਈ ਸ਼ਕਤੀਵਰਧਕ ਦਵਾਈ ਹੈ। ਉਸ 'ਚ ਮਨ ਨੂੰ ਉਤਸ਼ਾਹ ਨਾਲ ਭਰਨ ਦੀ ਪ੍ਰਬਲ ਸ਼ਕਤੀ ਹੈ। ਜਿਸ ਪ੍ਰਕਾਰ ਇੱਕ ਸੋਫੇਦਾਰ ਗੱਦੇ ਤੇ ਬੈਠਾ ਵਿਅਕਤੀ ਆਰਾਮ ਦਾ ਅਨੁਭਵ ਕਰਦਾ ਹੈ, ਉਸੇ ਪ੍ਰਕਾਰ ਦਾ ਅਨੁਭਵ ਪ੍ਰਸੰਨਤਾ ਵੀ ਮਨੁੱਖ ਨੂੰ ਦਿੰਦੀ ਹੈ। ਫਿਰ ਉਹ ਦੁੱਖ ਦੀਆਂ ਗੱਲਾਂ ਨੂੰ ਭੁੱਲ ਜਾਂਦਾ ਹੈ। ਆਪਣੇ ਮਨ ਨੂੰ ਖੁਸ਼ ਨਾ ਰੱਖਣ ਵਾਲੇ ਲੋਕ ਆਮ ਤੌਰ 'ਤੇ ਬਿਮਾਰ ਪੈ ਜਾਇਆ ਕਰਦੇ ਹੈ। ਉਹਨਾਂ ਦੇ ਮਨ 'ਤੇ ਬਰਾਬਰ ਭਾਰੀ ਬੋਝ ਪੈਂਦਾ ਹੈ। ਇਸ ਦਬਾਅ ਨਾਲ ਲੋਕ ਤਰ੍ਹਾਂ ਤਰ੍ਹਾਂ ਦੇ ਰੋਗਾਂ ਦਾ ਸ਼ਿਕਾਰ ਹੋ ਜਾਇਆ ਕਰਦੇ ਹੈ। ਆਪਣੀ ਮਨ ਸਥਿਤੀ ਦਾ ਸੰਤੁਲਨ ਬਣਾਈ ਰੱਖਣ ਦੇ ਲਈ ਪ੍ਰਸੰਨਤਾ ਜ਼ਰੂਰੀ ਹੈ। ਤੁਹਾਨੂੰ ਹਰ ਦਸ਼ਾ 'ਚ ਪ੍ਰਸੰਨ ਰਹਿਣਾ ਚਾਹੀਦਾ ਹੈ। ਜੋ ਵਿਅਕਤੀ ਪ੍ਰਸੰਨ ਹਸਮੁਖ ਰਹਿੰਦਾ, ਉਹ ਕਿਸੇ ਡਾਕਟਰ ਜਾਂ ਦਵਾਈ ਦਾ ਸਹਾਰਾ ਨਹੀਂ ਲੈਂਦਾ। ਉਹ ਸਦਾ ਨਿਰੋਗ ਰਹਿੰਦਾ ਹੈ। ਕੋਈ ਵੀ ਨੁਕਸਾਨ ਤੁਹਾਡਾ ਹੋ ਜਾਏ, ਹਾਨੀ ਹੋ ਜਾਏ, ਉਹਦੇ ਲਈ ਦੁੱਖ ਕਰਨ, ਮੂੰਹ ਲਟਕਾ ਕੇ ਬੈਠਣ ਦੀ ਜ਼ਰੂਰਤ ਨਹੀਂ ਹੈ। ਇਸ ਨਾਲ ਤੁਹਾਡਾ ਇੱਕ ਹੋਰ ਨੁਕਸਾਨ ਹੋ ਜਾਏਗਾ। ਤੁਸੀਂ ਪ੍ਰਸੰਨ ਹੀ ਰਹੋ। ਇੱਕ ਸਬਕ ਲੈ ਕੇ ਪ੍ਰਸੰਨਤਾ ਦੇ ਨਾਲ ਫੇਰ ਅੱਗੇ ਵਧੋ। ਪ੍ਰਸੰਨਤਾ ਜਾਦੂ ਦਾ ਕੰਮ ਕਰਦੀ ਹੈ, ਆਪਣੇ ਕ੍ਰਿਸ਼ਮੇ ਦਿਖਾਉਂਦੀ ਹੈ, ਤੁਹਾਡੀ ਸ਼ਕਤੀ ਦਾ ਵਾਧਾ ਕਰਦੀ ਹੈ। ਮਨਹੂਸ ਦੀ ਤਰ੍ਹਾਂ ਬੈਠਣ, ਮੂੰਹ ਲਟਕਾਉਣ ਨਾਲ ਕੁਝ ਨਹੀਂ ਹੋਏਗਾ। ਸਦਾ ਖੁਸ਼ ਰਹੋ। ਤੁਹਾਨੂੰ ਖੁਸ਼ ਦੇਖ ਕੇ ਤੁਹਾਡੇ ਵਾਕਫ ਵੀ ਖੁਸ਼ ਹੋਣਗੇ। ਤੁਹਾਡੇ ਆਸ-ਪਾਸ ਦਾ ਮਾਹੌਲ ਪ੍ਰਸੰਨਤਾ ਨਾਲ ਭਰਿਆ ਰਹੇਗਾ। ਜਦੋਂ ਮਾਲਕ ਹੀ ਦੁਖੀ, ਉਦਾਸ ਦੇਖੇਗਾ ਤਾਂ ਫਿਰ ਉਹਦਾ ਨਤੀਜਾ ਕੀ ਹੋਏਗਾ? ਤੁਹਾਡੇ ਤਮਾਮ ਮਾਤਹਤ ਮੂੰਹ ਲਟਕਾਈ ਰਹਿਣਗੇ। ਤੁਹਾਡੇ ਦਫ਼ਤਰ 'ਚ ਮਨਹੂਸੀਅਤ ਫੈਲੀ ਰਹੇਗੀ। ਤੁਹਾਡੇ ਮਾਤਹਤ ਕੰਮ ਨਾ ਕਰ ਪਾਉਣਗੇ। ਉਹਨਾਂ ਦੀ ਕਾਰਜ ਸ਼ਕਤੀ ਠੰਡੀ ਪੈ ਜਾਏਗੀ। ਤੁਸੀਂ ਆਪਣਾ ਦੋਹਰਾ ਨੁਕਸਾਨ ਕਰ ਬੈਠੋਗੇ। ਤੁਸੀਂ ਪਰਿਵਾਰ ਦੇ ਮੁਖੀ ਹੋ। ਮੁਖੀਆ ਰੂਪ 'ਚ ਤੁਸੀਂ ਆਪਣੇ ਪਰਿਵਾਰ 'ਚੋਂ। ਪਰਿਵਾਰ ਦੇ ਮੈਂਬਰ ਤੁਹਾਨੂੰ ਦੁਖੀ ਦੇਖਣਗੇ ਤਾਂ ਤੁਸੀਂ ਆਪਣੇ ਨਾਲ ਬਿਨਾਂ ਕਾਰਨ ਹੀ ਆਪਣੇ ਪਰਿਵਾਰ ਦਾ ਵੀ ਮਾਹੌਲ ਵਿਗਾੜ ਕੇ ਰੱਖ ਦਿਓਗੇ। ਉਹਨਾਂ ਨੂੰ ਵੀ ਦੁਖੀ ਕਰੋਗੇ। ਦੂਸਰਿਆਂ ਦੀ ਵੀ ਹਾਸੀ ਤੁਸੀਂ ਖੋਹ ਲਓਗੇ। ਅਜਿਹਾ ਕਰਨ ਦਾ ਤੁਹਾਨੂੰ ਕੋਈ ਹੱਕ ਨਹੀਂ ਹੈ। ਤੁਸੀਂ ਆਪਣੇ ਨਾਲ ਹੋਰਾਂ ਨੂੰ ਬਿਨਾਂ ਕਾਰਨ ਕਸ਼ਟ ਕਿਉਂ ਦਿੰਦੇ ਹੋ? ਖੁਦ ਨੂੰ ਪ੍ਰਸੰਨ ਰੱਖੋਗੇ। ਤੁਹਾਡੇ ਘਰ 'ਚ ਪਰਿਵਾਰ ਦਾ ਹੀ ਵਾਤਾਵਰਨ ਪ੍ਰਸੰਨਤਾ ਨਾਲ ਭਰਿਆ ਰਹੇਗਾ। ਪੂਰੇ ਪਰਿਵਾਰ ਦੀ ਪ੍ਰਸੰਨਤਾ ਤੁਹਾਨੂੰ ਸੁੱਖ ਦੇਵੇਗੀ। ਤੁਸੀਂ ਆਪਣਾ ਚਿਹਰਾ ਦੁਖੀ, ਉਦਾਸ, ਮਨਹੂਸ ਜਾਂ ਬਣਾ ਕੇ ਆਪਣੀ ਪਤਨੀ ਦੇ ਹੋਠਾਂ ਦੀ ਮੁਸਕਰਾਹਟ ਨਾ ਖੋਹੋ। ਬੱਚਿਆਂ ਨੂੰ ਅਫਸੋਸ 'ਚ ਨਾ ਪਾਓ। ਆਪਣੇ ਘਰ ਦਾ ਵਾਤਾਵਰਨ ਸ਼ਮਸ਼ਾਨ 'ਚ ਨਾ ਬਦਲੋ। ਜੇ ਤੁਹਾਡੇ ਉੱਤੇ ਕੋਈ ਦੁੱਖ ਹੈ ਵੀ ਤਾਂ ਪ੍ਰਸੰਨ ਮਨ ਨਾਲ ਘਰ ਆਓ। ਪਤਨੀ ਦੀ ਮੁਸਕਾਨ, ਬੱਚਿਆਂ ਦੀ ਹਾਸੀ ਤੁਹਾਡਾ ਦੁੱਖ ਇੱਕਦਮ ਹਲਕਾ ਕਰ ਦੇਵੇਗੀ। ਇੱਕ ਸਫਲ ਧਨਪਤੀ ਦਾ ਕਹਿਣਾ ਹੈ ਕਿ ਕੋਈ ਵੀ ਦੁੱਖ ਮੇਰੇ 'ਤੇ ਆਉਂਦਾ ਹੈ, ਜਦੋਂ ਮੈਂ ਮੁਸਕਰਾਉਂਦਾ ਹੋਇਆ ਘਰ ਜਾਂਦਾ, ਸਾਰਾ ਘਰ ਆਪਣੀ ਪ੍ਰਸੰਨਤਾ ਨਾਲ ਮੇਰਾ ਦੁੱਖ ਇੱਕਦਮ ਹਲਕਾ ਕਰ ਦਿੰਦਾ ਹੈ। ਮੈਂ ਆਪਣਾ ਦੁੱਖ ਭੁੱਲ ਜਾਇਆ ਕਰਦਾ। ਮੈਨੂੰ ਵਾਧੂ ਸ਼ਕਤੀ ਪ੍ਰਾਪਤ ਹੁੰਦੀ ਹੈ। ਅਗਲੇ ਦਿਨ ਮੈਂ ਦੁੱਗਣੇ ਉਤਸ਼ਾਹ ਨਾਲ ਕੰਮ 'ਚ ਲੱਗ ਜਾਂਦਾ। ਪਰਿਵਾਰ ਨੂੰ ਹਮੇਸ਼ਾ ਪ੍ਰਸੰਨ ਰੱਖਣ ਨਾਲ ਮੈਨੂੰ ਹੀ ਬਲ ਮਿਲਦਾ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਤੁਸੀਂ ਦੁੱਖ ਨੂੰ ਪੀਣਾ ਸਿੱਖੋ। ਆਪਣਾ ਦੁੱਖ ਇਸ ਤਰ੍ਹਾਂ ਦਬਾ ਲਓ ਕਿ ਕਿਸੇ ਨੂੰ ਪਤਾ ਨਾ ਚੱਲੇ। ਹੋਠਾਂ 'ਤੇ ਮੁਸਕਾਨ ਬਣਾਈ ਰੱਖੋ। ਦੁੱਖ ਪੀਣ ਵਾਲਾ ਵਿਅਕਤੀ ਨਿਸ਼ਚਿਤ ਰੂਪ 'ਚ ਸਫਲਤਾ ਪ੍ਰਾਪਤ ਕਰਦਾ ਹੈ। ਹੋਠਾਂ 'ਤੇ ਨਾ ਆਉਣ ਦਿਓ ਦੁੱਖ ਨੂੰ। ਕਿਸੇ ਨਾਲ ਚਰਚਾ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ। ਕੁਝ ਲੋਕ ਆਪਣਾ ਦੁੱਖ ਸਭ ਅੱਗੇ ਰੋਣ ਲੱਗਦੇ ਆ। ਲੋਕ ਚੁੱਪ-ਚਾਪ ਸੁਣ ਲੈਂਦੇ, ਬਾਅਦ 'ਚ ਮਜ਼ਾਕ ਕਰਦੇ ਆ। ਕੋਈ ਤੁਹਾਡੇ ਦੁੱਖ ਦਾ ਹਿੱਸੇਦਾਰ ਨਹੀਂ ਬਣੇਗਾ ਅਤੇ ਨਾ ਹੀ ਦੁੱਖ ਦੂਰ ਕਰੇਗਾ। ਤੁਹਾਨੂੰ ਆਪਣਾ ਦੁੱਖ ਖੁਦ ਦੂਰ ਕਰਨਾ ਪਏਗਾ। ਫਿਰ ਇਹਦੀ ਚਰਚਾ ਦੀ ਕੀ ਜ਼ਰੂਰਤ ਹੈ? ਆਪਣਾ ਚਿਹਰਾ ਦੁਖੀ, ਉਦਾਸ ਕਿਉਂ ਰੱਖਦੇ ਹੋ? ਮੁਸਕਰਾਉਣ ਨਾਲ ਤੁਹਾਡਾ ਕੀ ਜਾਂਦਾ ਹੈ? ਤੁਹਾਨੂੰ ਪਤਾ ਹੋਣਾ ਚਾਹੀਦਾ ਹੈ, ਸੰਸਾਰ ਦੇ ਸਾਰੇ ਜੀਵਾਂ ਵਿੱਚੋਂ ਮੁਸਕਰਾਹਟ ਸਿਰਫ ਮਨੁੱਖ ਨੂੰ ਈਸ਼ਵਰ ਦੇ ਦੁਆਰਾ ਮਿਲੀ ਹੈ। ਮਨੁੱਖ ਦੇ ਇਲਾਵਾ ਕੀ ਹੋਰ ਕਿਸੇ ਜੀਵ ਨੂੰ ਤੁਸੀਂ ਮੁਸਕਰਾਉਂਦੇ ਦੇਖਿਆ? ਮੁਸਕਰਾਹਟ ਇੱਕ ਅੰਤਰਰਾਸ਼ਟਰੀ ਭਾਸ਼ਾ ਹੈ। ਬੁੱਲ੍ਹਾਂ ਦੀ ਮੁਸਕਾਨ ਦਾ ਅਰਥ ਸਾਰੀ ਦੁਨੀਆ ਦੇ ਲੋਕ ਜਾਣਦੇ ਹਨ। ਮੁਸਕਰਾਉਣ ਨਾਲ ਤੁਹਾਡਾ ਕੁਝ ਖਰਚ ਨਹੀਂ ਹੁੰਦਾ। ਮੁਸਕਾਨ ਦੇ ਦੁਆਰਾ ਤੁਸੀਂ ਜੋ ਕੰਮ ਕੱਢ ਸਕਦੇ ਹੋ, ਉਹ ਭੈ ਜਾਂ ਡੰਡੇ ਨਾਲ ਜਾਂ ਕਿਸੇ ਵੀ ਪ੍ਰਕਾਰ ਦੇ ਦੁਆਰਾ ਨਹੀਂ। ਕਿਸੇ ਨੇ ਠੀਕ ਕਿਹਾ, ਮੁਸਕਾਨ ਜੋ ਦੇ ਸਕਦੀ ਹੈ, ਉਹ ਘਸੁੰਨ ਮੁੱਕਾ ਨਹੀਂ। ਘਸੁੰਨ ਮੁੱਕੀ ਦੇ ਦੁਆਰਾ ਤੁਸੀਂ ਉਹ ਨਹੀਂ ਪਾ ਸਕਦੇ। ਮੁਸਕਾਨ ਭਾਈਚਾਰਾ ਵਧਾਉਂਦੀ ਹੈ। ਮੁਸਕਰਾ ਕੇ ਤੁਸੀਂ ਗਾਹਕ ਦਾ ਸਵਾਗਤ ਕਰਦੇ ਹੋ। ਉਹ ਬਾਰ-ਬਾਰ ਤੁਹਾਡੀ ਦੁਕਾਨ 'ਤੇ ਆਉਂਦਾ ਹੈ। ਮੁਸਕਰਾ ਕੇ ਤੁਸੀਂ ਆਪਣੇ ਕੋਲ ਆਏ ਲੋਕਾਂ ਦਾ ਸਵਾਗਤ ਕਰਦੇ ਹੋ। ਲੋਕ ਤੁਹਾਨੂੰ ਮਿਲ ਕੇ ਪ੍ਰਸੰਨ ਹੁੰਦੇ ਹੈ। ਜੇ ਤੁਸੀਂ ਉਦਾਸ, ਮੂੰਹ ਲਟਕਾ ਕੇ ਰਹਿੰਦੇ ਹੋ ਤਾਂ ਤੁਹਾਡੇ ਕੋਲ ਆਉਣਾ ਕੌਣ ਪਸੰਦ ਕਰੇਗਾ? ਪ੍ਰਸੰਨਤਾ ਮਨੁੱਖੀ ਜੀਵਨ ਦਾ ਇੱਕ ਵਰਦਾਨ ਹੈ। ਇਹਦਾ ਤੁਸੀਂ ਜਿੰਨਾ ਉਪਯੋਗ ਕਰ ਸਕੋ ਚੰਗਾ ਹੈ। ਤੁਹਾਨੂੰ ਚਾਰੇ ਪਾਸੇ ਪ੍ਰਸੰਨਤਾ ਦਿਖੇਗੀ। ਖੁਦ ਪ੍ਰਸੰਨ ਰਹੋ। ਚਿੰਤਾ, ਦੁਖੀ, ਉਦਾਸ ਰਹਿ ਕੇ ਤੁਹਾਨੂੰ ਲਾਭ ਕੀ ਹੈ? ਇਸ ਲਈ ਹਮੇਸ਼ਾ ਪ੍ਰਸੰਨ ਰਹੋ।
ਤੁਹਾਨੂੰ ਇਹੀ ਪ੍ਰਸੰਨਤਾ ਸਫਲਤਾ ਵੱਲ ਲੈ ਜਾਏਗੀ। ਹੱਸਦੇ ਹੱਸਦੇ ਜੋ ਲੋਕ ਜੀਵਨ ਦਾ ਸੰਘਰਸ਼ ਝੱਲਦੇ ਹੈ ਉਹ ਸਫਲ ਪੁਰਸ਼ ਕਹਾਉਂਦੇ ਹੈ, ਅੱਗੇ ਚੱਲ ਕੇ ਮਹਾਂਪੁਰਸ਼ ਬਣਦੇ ਹੈ। ਆਪਣੇ ਦੇਸ਼ ਦੀ ਆਜ਼ਾਦੀ ਲਈ ਪਤਾ ਨਹੀਂ ਕਿੰਨੇ ਕ੍ਰਾਂਤੀਕਾਰੀ ਹੱਸਦੇ ਹੱਸਦੇ ਫਾਂਸੀ ਦੇ ਫੰਦੇ 'ਤੇ ਝੂਲ ਗਏ। ਮੌਤ ਨੂੰ ਸਾਹਮਣੇ ਦੇਖ ਕੇ ਵੀ ਉਹ ਹੱਸਦੇ ਹੀ ਰਹੇ। ਇਸ ਤਰ੍ਹਾਂ ਉਹਨਾਂ ਦੇ ਸਾਰੇ ਬਲੀਦਾਨ ਪ੍ਰੇਰਨਾ ਦਿੰਦੇ ਰਹੇ। ਨਤੀਜੇ ਵਜੋਂ ਸਾਰੇ ਸ਼ਹੀਦਾਂ ਵਿੱਚ ਆ ਕੇ ਉੱਠੇ। ਉਦਾਸ, ਦੁਖੀ ਜਾਂ ਰੋਂਦਾ ਹੋਇਆ ਰਹਿ ਕੇ ਫਾਂਸੀ 'ਤੇ ਨਹੀਂ ਗਿਆ। ਜੇ ਉਹ ਅਜਿਹਾ ਕਰਦੇ ਤਾਂ ਫਿਰ ਉਹਨਾਂ ਨੂੰ ਅੱਜ ਕੌਣ ਯਾਦ ਕਰਦਾ? ਤੁਸੀਂ ਖੁਦ ਦੇਖ ਲਓ। ਇਸ ਪ੍ਰਕਾਰ ਪ੍ਰਸੰਨਤਾ ਮਨੁੱਖ ਨੂੰ ਕੀ ਰੂਪ ਦੇ ਜਾਂਦੀ ਹੈ। ਆਪਣਾ ਮਨ ਸਦਾ ਖੁਸ਼ ਰੱਖੋ। ਵਿਵਾਦ ਵਿੱਚ ਡੁੱਬੇ ਰਹਿਣਾ ਆਪਣੇ ਪੈਰਾਂ ਦੀ ਆਪ ਕੁਹਾੜੀ ਮਾਰਨਾ ਹੈ। ਇਸ ਪ੍ਰਕਾਰ ਤੁਸੀਂ ਆਪ ਇਹਦਾ ਮਹੱਤਵ ਸਮਝ ਸਕਦੇ ਹੋ। ਪ੍ਰਸੰਨ ਰਹਿਣਾ ਤੁਹਾਡਾ ਗੁਣ ਹੋਣਾ ਚਾਹੀਦਾ ਹੈ। ਇਸ ਤਰ੍ਹਾਂ ਲੋਕਾਂ ਨੂੰ ਤੁਹਾਨੂੰ ਮਿਲ ਕੇ ਪ੍ਰਸੰਨਤਾ ਹੀ ਹੋਏਗੀ। ਬਾਰ-ਬਾਰ ਲੋਕ ਤੁਹਾਨੂੰ ਮਿਲਣਗੇ, ਤੁਹਾਨੂੰ ਖੁਸ਼ ਦੇਖ ਕੇ ਸਮਝਣਗੇ ਤੁਸੀਂ ਬੜੇ ਸੁਖੀ ਹੋ, ਸੰਪੰਨ ਹੋ। ਉਹ ਤੁਹਾਡਾ ਸਨਮਾਨ ਕਰਨਗੇ। ਦੁਖੀ ਉਦਾਸ ਦੇਖ ਕੇ ਕੋਈ ਕੁਝ ਨਹੀਂ ਕਰੇਗਾ। ਤੁਹਾਡੀ ਜੇਬ 'ਚ ਇੱਕ ਵੀ ਪੈਸਾ ਨਾ ਹੋਵੇ, ਤੁਸੀਂ ਜੇ ਪ੍ਰਸੰਨਤਾ ਦੇ ਨਾਲ ਗਰਦਨ ਉਠਾ ਕੇ ਸ਼ਾਨ ਨਾਲ ਗੱਲ ਕਰੋ ਤਾਂ ਕੌਣ ਇਸ ਗੱਲ ਨੂੰ ਮੰਨੇਗਾ ਕਿ ਤੁਹਾਡੀ ਜੇਬ 'ਚ ਇੱਕ ਵੀ ਪੈਸਾ ਨਹੀਂ ਹੈ? ਤੁਸੀਂ ਖੁਦ ਨੂੰ ਦੁਖੀ ਨਿਰਾਸ਼ ਦਿਖਾ ਕੇ ਵਪਾਰ ਨਹੀਂ ਚਲਾ ਸਕਦੇ। ਤੁਸੀਂ ਜਿੰਨਾ ਪ੍ਰਸੰਨ ਰਹੋਗੇ ਉਨਾ ਹੀ ਸੁਖੀ ਸੰਪੰਨ ਕਹਾਓਗੇ। ਵਪਾਰ 'ਚ ਘਾਟਾ ਲੱਗ ਗਿਆ, ਤੁਸੀਂ ਦੁਖੀ ਹੋ ਕੇ ਬੈਠ ਗਏ ਤਾਂ ਦੂਜਾ ਵਪਾਰੀ ਤੁਹਾਨੂੰ ਮਾਤ ਦੇ ਦੇਵੇਗਾ। ਤੁਸੀਂ ਘਾਟਾ ਖਾ ਗਏ, ਦੁਖੀ ਹੋ। ਜੇ ਕਿਸੇ ਨੂੰ ਪਤਾ ਵੀ ਲੱਗ ਗਿਆ ਤਾਂ ਵੀ ਤੁਹਾਨੂੰ ਪ੍ਰਸੰਨ ਦੇਖ ਕੇ ਸੋਚੇਗਾ ਠੀਕ ਹੈ, ਪਾਰਟੀ ਸਾਊਂਡ ਹੈ, ਘਾਟਾ ਬਰਦਾਸ਼ਤ ਕਰ ਸਕਦੀ ਹੈ। ਉਹ ਪ੍ਰਸੰਨ ਹੋ ਕੇ ਤੁਹਾਡੇ ਨਾਲ ਸੰਬੰਧ ਬਣਾਈ ਰੱਖੇਗਾ। ਦੁੱਖ, ਉਦਾਸੀ, ਮਨਹੂਸੀਅਤ ਤੁਹਾਡਾ ਸਾਰਾ ਕੰਮ ਵਿਗਾੜ ਦੇਗੀ। ਪ੍ਰਸੰਨਤਾ ਦੇ ਨਾਲ ਤੁਹਾਨੂੰ ਆਪਣੀਆਂ ਅਤੀਤ ਦੀਆਂ ਦੁਖਦਾਈ ਘਟਨਾਵਾਂ ਨੂੰ ਵੀ ਯਾਦ ਨਹੀਂ ਕਰਨਾ ਚਾਹੀਦਾ। ਤੁਹਾਨੂੰ ਹਮੇਸ਼ਾ ਆਸ਼ਾਵਾਦੀ ਹੋਣਾ ਚਾਹੀਦਾ ਹੈ। ਦੁਖਦਾਈ ਗੱਲਾਂ ਨੂੰ ਯਾਦ ਕਰਨ ਨਾਲ ਮਨ ਦੁੱਖ ਨਾਲ ਭਰ ਜਾਂਦਾ ਹੈ। ਉਹ ਅੱਗੇ ਦੇ ਲਈ ਸਾਨੂੰ ਨਿਰਉਤਸ਼ਾਹਿਤ ਕਰਦਾ ਹੈ। ਤੁਸੀਂ ਸੁਖਦਾਈ ਗੱਲਾਂ ਸੋਚਿਆ ਕਰੋ। ਇਸ ਨਾਲ ਤੁਹਾਡਾ ਮਨ ਖੁਸ਼ ਰਹੇਗਾ। ਆਪਣੇ ਵਿਹਾਰ, ਗੱਲਬਾਤ 'ਚ ਚੰਗੀਆਂ ਸੁਖਦਾਈ ਗੱਲਾਂ ਦਾ ਹੀ ਚਰਚਾ ਕਰੋ। ਆਪਣੇ ਮਨ ਨੂੰ ਸੁੰਦਰ ਵਿਚਾਰਾਂ ਨਾਲ ਭਰਪੂਰ ਰੱਖੋ। ਇਸ ਨਾਲ ਤੁਹਾਡਾ ਧੀਰਜ ਵਧੇਗਾ, ਉਤਸ਼ਾਹ ਵਧੇਗਾ, ਕਾਰਜ ਕੁਸ਼ਲਤਾ ਵਧੇਗੀ। ਕੁਝ ਵਿਅਕਤੀਆਂ ਦਾ ਆਪਣਾ ਸੁਭਾਅ ਬੜਾ ਇਹੋ ਜਿਹਾ ਹੁੰਦਾ ਹੈ, ਜਦੋਂ ਆਪਸ ਵਿੱਚ ਮਿਲਦੇ ਹੈ ਤਾਂ ਆਪਣੇ ਆਪਣੇ ਸੰਕਟਾਂ ਤੇ ਦੁੱਖਾਂ ਦੀ ਚਰਚਾ ਕਰਨ ਲੱਗਦੇ ਹੈ। ਆਪਣੇ ਆਪਣੇ ਦੁੱਖ ਇੱਕ ਦੂਜੇ ਨਾਲ ਰੋਣ ਲੱਗਣਗੇ। ਆਨੰਦ ਤੇ ਸੁੱਖ ਦੀਆਂ ਗੱਲਾਂ ਨਹੀਂ ਕਰਨਗੇ। ਅਪਰਿਯ, ਅਪੱਧਰ ਤੇ ਭੈੜੀਆਂ ਗੱਲਾਂ ਦੀ ਚਰਚਾ ਕਰਨਗੇ। ਆਪਣੇ ਆਪਣੇ ਆਰਥਿਕ ਕਸ਼ਟਾਂ ਤੇ ਸੰਕਟਾਂ ਦੀ ਚਰਚਾ ਕਰਨਗੇ। ਇਸ ਪ੍ਰਕਾਰ ਦਾ ਰੋਣਾ ਧੋਣਾ ਹਮੇਸ਼ਾ ਅਣਉਚਿਤ ਹੈ। ਆਪਣੇ ਦੁੱਖਾਂ ਜਾਂ ਕਸ਼ਟਾਂ ਦੀ ਚਰਚਾ ਨਾ ਕਰਨਾ ਹੀ ਚੰਗਾ ਰਹਿੰਦਾ ਹੈ। ਆਪਣੇ ਮਨ 'ਚ ਆਸ਼ਾਵਾਦ ਰੱਖੋ, ਚੰਗੀਆਂ ਚੰਗੀਆਂ ਗੱਲਾਂ ਕਰੋ। ਇਸ ਪ੍ਰਕਾਰ ਮਿੱਤਰ ਜੋ ਸਿਰਫ ਆਪਣਾ ਰੋਣਾ ਤੁਹਾਡੇ ਸਾਹਮਣੇ ਰੋਂਦੇ ਹੈ, ਉਹਨਾਂ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰੋ। ਉਹਨਾਂ ਦੀਆਂ ਇਸ ਤਰ੍ਹਾਂ ਦੀਆਂ ਗੱਲਾਂ ਨਾਲ ਜਦੋਂ ਤੱਕ ਉਹ ਤੁਹਾਡੇ ਸਾਹਮਣੇ ਰਹਿਣਗੇ ਤੁਹਾਨੂੰ ਵੀ ਆਪਣਾ ਮੂੰਹ ਲਟਕਾ ਕੇ ਰੱਖਣਾ ਪਏਗਾ। ਉਨੇ ਸਮੇਂ ਤੱਕ ਤੁਹਾਡਾ ਮਨ ਕਲੇਸ਼ 'ਚ ਡੁੱਬਿਆ ਰਹੇਗਾ। ਤੁਸੀਂ ਹਮੇਸ਼ਾ ਪ੍ਰਸੰਨ ਰਹੋ। ਆਪਣੀ ਪ੍ਰਸੰਨਤਾ ਦਾ ਪ੍ਰਸ਼ਾਦ ਦੂਜਿਆਂ 'ਚ ਵੰਡਦੇ ਰਹੋ। ਆਪਣਾ ਵਾਤਾਵਰਨ ਪ੍ਰਸੰਨਤਾ ਦਾ ਰੱਖੋ। ਕੁਝ ਲੋਕਾਂ ਦੇ ਦਿਮਾਗ 'ਚ ਨਾ ਕੋਈ ਕ੍ਰਮ ਹੁੰਦਾ ਹੈ, ਨਾ ਕੋਈ ਵਿਵਸਥਾ। ਉਹਨਾਂ ਦੇ ਵਿਚਾਰ ਵੀ ਵਿਵਸਥਿਤ ਨਹੀਂ ਰਹਿੰਦੇ। ਜਿਸ ਪ੍ਰਕਾਰ ਅਸੀਂ ਰੋਜ਼ਾਨਾ ਘਰ ਦੀ ਸਫਾਈ ਕਰਦੇ ਹਾਂ, ਸਫਾਈ ਕਰਨੀ ਜ਼ਰੂਰੀ ਮੰਨਦੇ ਹਾਂ, ਉਸੇ ਪ੍ਰਕਾਰ ਸਾਨੂੰ ਆਪਣੀ ਮਾਨਸਿਕ ਸਫਾਈ ਬਰਾਬਰ ਕਰਨੀ ਚਾਹੀਦੀ ਹੈ। ਆਪਣੇ ਦਿਮਾਗ ਦਾ ਕੂੜਾ ਕਰਕਟ, ਗੈਰ ਜ਼ਰੂਰੀ ਗੱਲਾਂ ਕੱਢ ਦਿਆ ਕਰੋ। ਗੈਰ ਜ਼ਰੂਰੀ, ਵਿਅਰਥ ਤੇ ਅਣਉਪਯੋਗੀ ਯਾਦਾਂ ਨੂੰ ਦਿਮਾਗ 'ਚ ਗੁੰਜਾਉਣ ਤੋਂ ਕੀ ਲਾਭ? ਜਿਸ ਪ੍ਰਕਾਰ ਕਾਈ ਕੱਟ ਦੇਣ ਨਾਲ ਝੀਲ ਦੇ ਹੇਠੋਂ ਨਿਰਮਲ ਜਲ ਪ੍ਰਗਟ ਹੁੰਦਾ ਹੈ, ਉਸੇ ਪ੍ਰਕਾਰ ਦਿਮਾਗ ਵਿੱਚੋਂ ਵਿਅਰਥ ਵਿਚਾਰਾਂ ਨੂੰ ਹਟਾ ਦਿੱਤਾ ਜਾਏ ਤਾਂ ਵਿਚਾਰਧਾਰਾ ਸਵਰੂਪ ਨਿਰਮਲ, ਉਪਯੋਗੀ ਤੇ ਪ੍ਰਸੰਨਤਾ ਦੇਣੀ ਹੋ ਜਾਂਦੀ ਹੈ। ਸਾਨੂੰ ਅਨੇਕ ਖੇਤਰਾਂ 'ਚ ਅਜਿਹੇ ਵਿਅਕਤੀ ਦਿਖਾਈ ਪੈਂਦੇ ਹੈ ਜੋ ਪਿਛੜੇ ਹੋਏ ਹਨ, ਜਿਨ੍ਹਾਂ ਨੂੰ ਅਸੁਵਿਧਾ ਦੀ ਹਾਲਤ ਵਿੱਚ ਸਭ ਕੰਮ ਕਰਨੇ ਪੈਂਦੇ ਹਨ। ਇਹਦਾ ਕਾਰਨ ਇਹ ਹੈ ਕਿ ਉਹ ਆਪਣੇ ਵਿਚਾਰਾਂ ਨੂੰ ਦਿਮਾਗ 'ਚੋਂ ਬਾਹਰ ਕੱਢ ਸੁੱਟਣ ਲਈ ਤਿਆਰ ਨਹੀਂ ਹਨ। ਇਹ ਲੋਕ ਉਸ ਫੂਹੜ ਗ੍ਰਹਿਣੀ ਦੇ ਵਾਂਗ ਹਨ ਜੋ ਘਰ ਦਾ ਕੂੜਾ ਬਾਹਰ ਸੁੱਟਣ ਦੇ ਲਈ ਨਹੀਂ ਹੈ। ਜ਼ਰੂਰੀ ਹੈ ਕਿ ਅਸੀਂ ਆਪਣੇ ਮਨੋਂ ਅਨੁਪਯੋਗੀ ਵਿਚਾਰ ਕੱਢ ਦਈਏ। ਆਪਣੇ ਦਿਮਾਗ ਨੂੰ ਸਾਨੂੰ ਹਮੇਸ਼ਾ ਸਾਫ਼ ਰੱਖਣਾ ਚਾਹੀਦਾ ਹੈ। ਜ਼ਿਆਦਾਤਰ ਅਸੀਂ ਦੂਜਿਆਂ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਜਾਂਦੇ ਹਾਂ। ਇਹ ਅੱਛਾ ਨਹੀਂ ਹੈ। ਜਿਹਨੇ ਜੋ ਕਿਹਾ ਉਹਨੂੰ ਮੰਨ ਲਿਆ, ਉੱਤੇ ਅਮਲ ਕਰਨ ਲੱਗੇ। ਸਾਨੂੰ ਆਪਣੇ ਵਿਵੇਕ ਤੋਂ ਵੀ ਕੰਮ ਲੈਣਾ ਚਾਹੀਦਾ ਹੈ। ਦੂਸਰਿਆਂ ਦੇ ਵਿਚਾਰ ਸਾਡੇ ਲਈ ਘਾਤਕ ਹੋ ਸਕਦੇ ਆ। ਸਾਡੀ ਤੇ ਉਹਦੀ ਪ੍ਰਕਿਰਤੀ 'ਚ ਅੰਤਰ ਹੋ ਸਕਦਾ ਹੈ।
ਇਸ ਕਾਰਨ ਸਾਨੂੰ ਆਪਣੇ ਵਿਚਾਰਾਂ ਉੱਤੇ ਚੱਲਣਾ ਚਾਹੀਦਾ ਹੈ। ਜੇ ਅਸੀਂ ਕਿਸੇ ਤੋਂ ਪ੍ਰਭਾਵਿਤ ਹਾਂ ਤਾਂ ਸਾਨੂੰ ਸਿਰਫ ਅੱਛੀਆਂ ਗੱਲਾਂ ਲੈਣੀਆਂ ਚਾਹੀਦੀਆਂ। ਇੱਕ ਮਹਾਂਪੁਰਸ਼ ਸਾਡਾ ਆਦਰਸ਼ ਹੈ, ਇਸ ਲਈ ਉਹਦਾ ਸਨਮਾਨ ਕਰਦੇ ਹਾਂ, ਉਹਦੇ ਵਿਚਾਰਾਂ ਦਾ ਸਵਾਗਤ ਤੇ ਅਨੁਸਰਨ ਕਰਦੇ ਹਾਂ। ਇਸ ਗੱਲ ਦਾ ਅਨੁਕਰਨ ਕਰਨਾ ਜ਼ਰੂਰੀ ਨਹੀਂ ਕਿ ਉਹਦੇ ਹਾਲਾਤ ਕਿਹੋ ਜਿਹੇ ਹਨ। ਇਸੇ ਕਾਰਨ ਕਿਹਾ ਗਿਆ ਕਿ ਮਹਾਂਪੁਰਸ਼ਾਂ ਦੇ ਕੰਮਾਂ ਦਾ ਅਨੁਕਰਨ ਕਰੋ, ਉਹਨਾਂ ਦੀ ਵਿਅਕਤੀਗਤ ਜ਼ਿੰਦਗੀ ਦਾ ਨਹੀਂ। ਮਨੁੱਖ ਦੇ ਦੋ ਜੀਵਨ ਹੁੰਦੇ ਆ, ਇੱਕ ਅਤਿਅੰਤ ਵਿਅਕਤੀਗਤ ਹੁੰਦਾ ਹੈ, ਉਹਦੇ ਪਿੱਛੇ ਨਾ ਲੱਗੋ। ਸ਼ਾਸਤਰਾਂ ਵਿੱਚ ਵੀ ਕਿਹਾ ਗਿਆ ਮਹਾ ਜਨੋਯਨੇ ਗਤ ਤਪਥਾ, ਅਰਥਾਤ ਵੱਡੇ ਲੋਕ ਜਿਸ ਰਸਤੇ 'ਤੇ ਚੱਲਦੇ ਆ, ਸਾਡਾ ਰਸਤਾ ਉਹ ਹੈ। ਸਰਵ ਉੱਤਮ ਚਰਿੱਤਰ ਦਾ ਇੱਕ ਕਾਰਨ ਇਹ ਹੁੰਦਾ ਕਿ ਵਿਅਕਤੀ 'ਚ ਇੰਨੀ ਯੋਗਤਾ ਹੋਵੇ ਕਿ ਉਹ ਉਪਯੋਗੀ ਅਨੁਪਯੋਗੀ ਕੰਮ 'ਚ ਫਰਕ ਸਮਝ ਸਕੇ, ਕਰਤੱਵ ਨੂੰ ਪਹਿਚਾਨ ਸਕੇ, ਸ਼ੁਭ ਅਸ਼ੁਭ ਦਾ ਨਿਰਣਾ ਕਰ ਸਕੇ, ਆਪਣਾ ਭਵਿੱਖ ਬਣਾਉਣ ਲਈ ਕੁਝ ਉੱਤਮ ਤਰੀਕਿਆਂ ਦੀ ਖੋਜ ਕਰ ਸਕੇ ਅਤੇ ਕੰਮ ਕਰਨ ਦੀ ਆਦਤ ਦੇ ਨਾਲ ਜੀਵਨ ਦੇ ਰਸਤੇ 'ਤੇ ਵੱਧ ਸਕੇ। ਉਹਨੂੰ ਹੀ ਸਭ ਪ੍ਰਕਾਰ ਦੀ ਸਹਾਇਤਾ ਮਿਲਦੀ ਹੈ। ਜ਼ਰੂਰੀ ਹੈ ਕਿ ਮਾਨਸਿਕ ਆਕਾਸ਼ ਹਮੇਸ਼ਾ ਨਿਰਭਰ ਤੇ ਸਵੱਛ ਹੋਣਾ ਚਾਹੀਦਾ ਹੈ। ਉਤਸ਼ਾਹ, ਪ੍ਰਸੰਨਤਾ, ਪ੍ਰਕਾਸ਼, ਸਪਸ਼ਟਤਾ, ਕਾਰਜ ਕੁਸ਼ਲਤਾ ਦੀਆਂ ਉਜਲੀਆਂ ਕਿਰਨਾਂ ਤਾਂ ਹੀ ਤੁਹਾਡਾ ਪਥ ਪ੍ਰਦਰਸ਼ਨ ਕਰ ਸਕਦੀਆਂ ਹੈ, ਤੁਹਾਡਾ ਜੀਵਨ ਮੰਗਲਮਈ ਹੋ ਸਕਦਾ ਹੈ। ਇੱਕ ਦਾਰਸ਼ਨਿਕ ਨੇ ਇੱਕਦਮ ਠੀਕ ਕਿਹਾ ਹੈ, ਵਿਚਾਰ ਕਿਸਮਤ ਦਾ ਹੀ ਦੂਸਰਾ ਨਾਮ ਹੈ। ਵਾਸਤਵ 'ਚ ਜਿਹੋ ਜਿਹੇ ਤੁਹਾਡੇ ਵਿਚਾਰ ਬਣਨਗੇ ਉਹੋ ਜਿਹੇ ਤੁਹਾਡੇ ਕਰਮ ਹੋਣਗੇ ਅਤੇ ਕਰਮ ਕਿਸਮਤ ਦਾ ਹੀ ਫਲ ਮੰਨੇ ਗਏ ਹੈ। ਇਸ ਲਈ ਆਪਣੇ ਵਿਚਾਰਾਂ ਦੇ ਅਨੁਸਾਰ ਤੁਸੀਂ ਆਪਣੀ ਕਿਸਮਤ ਦਾ ਅਨੁਮਾਨ ਲਗਾ ਸਕਦੇ ਹੋ। ਧੀਰਜਵਾਨ ਵਿਚਾਰਾਂ ਨਾਲ ਸਫਲਤਾ ਮਿਲੇਗੀ, ਪ੍ਰੇਮ ਨਾਲ ਸਫਲਤਾ ਅਤੇ ਸਮਰਿੱਧੀ ਮਿਲਦੀ ਹੈ, ਜਦਕਿ ਘਿਰਨਾ ਨਾਲ ਅਸਫਲਤਾ ਅਤੇ ਨਿਰਧਨਤਾ ਪ੍ਰਾਪਤ ਹੋਏਗੀ। ਸੁੰਦਰ ਵਿਚਾਰ, ਗੌਰਵਮਈ ਵਿਹਾਰ, ਦਿਆਲਤਾ ਨਾਲ ਪ੍ਰਤੀਬਿੰਬਿਤ ਹੁੰਦੇ ਹਨ। ਇਹਨਾਂ ਦਾ ਹੀ ਮੂਰਤ ਰੂਪ ਮੇਲ ਜੋਲ ਤੇ ਪ੍ਰਸੰਨਤਾ ਦੇ ਵਾਤਾਵਰਨ 'ਚ ਪ੍ਰਗਟ ਹੁੰਦਾ ਹੈ। ਅਸਚਰਜ ਦੀ ਗੱਲ ਹੈ ਕਿ ਮਨੁੱਖ ਸਭ ਕੁਝ ਜਾਣਦਾ ਹੈ। ਇਸ ਸੰਸਾਰ 'ਚ ਅਜਿਹਾ ਕਿਹੜਾ ਮਨੁੱਖ ਹੈ ਜਿਹਨੂੰ ਚੰਗੇ ਜਾਂ ਬੁਰੇ ਦਾ ਧਿਆਨ ਨਹੀਂ ਹੈ। ਇਹਦੇ ਬਾਵਜੂਦ ਮਨੁੱਖ ਇਸ ਪ੍ਰਕਾਰ ਦੇ ਕੰਮ ਕਰਦਾ ਹੈ ਕਿ ਉਹਦਾ ਨਤੀਜਾ ਬੁਰਾ ਤੇ ਦੁਖਦਾਈ ਰੂਪ 'ਚ ਸਾਹਮਣੇ ਆਉਂਦਾ ਹੈ। ਆਪਣੀਆਂ ਕੁਝ ਇੱਛਾਵਾਂ ਦੀ ਪੂਰਤੀ ਦੇ ਲਈ ਮਨੁੱਖ ਸਭ ਕੁਝ ਜਾਣਦੇ ਹੋਏ ਵੀ ਤਰ੍ਹਾਂ ਤਰ੍ਹਾਂ ਦੇ ਗਲਤ ਕੰਮ ਕਰ ਜਾਂਦਾ ਹੈ। ਆਪਣੀਆਂ ਇੰਦਰੀਆਂ ਦੀ ਪਿਆਸ ਸ਼ਾਂਤ ਕਰਨ ਦੇ ਲਈ ਰਾਹੋਂ ਭਟਕਿਆ ਹੋ ਜਾਇਆ ਕਰਦਾ ਹੈ। ਕੀ ਇਹ ਅਸਚਰਜ ਦੀ ਗੱਲ ਨਹੀਂ ਹੈ? ਕੁਦਰਤ ਦਾ ਸ਼ਾਸ਼ਵਤ ਸਿਧਾਂਤ ਹੈ, ਜਿਹੋ ਜਿਹੇ ਤੁਸੀਂ ਕਰੋਗੇ ਉਹੋ ਜਿਹਾ ਫਲ ਪਾਓਗੇ। ਇਹਦੇ ਬਾਵਜੂਦ ਮਨੁੱਖ ਗਲਤ ਕੰਮ ਕਰਦਾ ਹੈ। ਵਿਚਾਰਾਂ ਨਾਲ ਹੀ ਅਸੀਂ ਆਪਣੀ ਕਿਸਮਤ ਬਣਾ ਸਕਦੇ ਹਾਂ। ਸਾਡੇ ਵਿਚਾਰ ਜਿਸ ਦਿਸ਼ਾ 'ਚ ਜਾਣਗੇ ਉਸੇ ਦਿਸ਼ਾ 'ਚ ਸਾਡੀ ਕਿਸਮਤ ਜਾਏਗੀ। ਤੁਸੀਂ ਕੀ ਬਣੋਗੇ ਅੱਗੇ ਜਾ ਕੇ, ਇਹ ਸਾਡੀ ਕਿਸਮਤ 'ਤੇ ਨਹੀਂ, ਸਾਡੇ ਵਿਚਾਰਾਂ 'ਤੇ ਨਿਰਭਰ ਕਰਦਾ ਹੈ। ਇਸ ਲਈ ਤੁਸੀਂ ਫੈਸਲਾ ਕਰ ਲਓ ਤੁਸੀਂ ਕੀ ਬਣਨਾ ਹੈ, ਧਨਪਤੀ, ਕੁਬੇਰ, ਕਰੋੜਪਤੀ। ਆਪਣੇ ਵਿਚਾਰ ਉਸ ਤਰਫ ਮੋੜ ਦਿਓ, ਤੁਸੀਂ ਬਣ ਜਾਓਗੇ। ਵਿਚਾਰਾਂ ਨੂੰ ਮੋੜ ਦੇਣ ਤੋਂ ਬਾਅਦ ਤੁਸੀਂ ਉਚਿਤ ਢੰਗ ਨਾਲ ਵਿਹਾਰ ਕਰੋ ਤਾਂ ਕੋਈ ਸਵਾਲ ਪੈਦਾ ਨਹੀਂ ਹੁੰਦਾ ਕਿ ਤੁਸੀਂ ਕਰੋੜਪਤੀ ਨਾ ਬਣ ਸਕੋ। ਤੁਸੀਂ ਆਪਣੇ ਵਿਚਾਰਾਂ ਨਾਲ, ਸੰਕਲਪਾਂ ਨਾਲ ਖੁਦ ਆਪਣੀ ਕਿਸਮਤ ਬਣਾਉਂਦੇ ਹੋ। ਤੁਹਾਡਾ ਭਾਗ ਵਿਧਾਤਾ ਕੋਈ ਹੋਰ ਨਹੀਂ ਹੁੰਦਾ, ਖੁਦ ਤੁਸੀਂ ਹੋ। ਜਿਹੋ ਜਿਹਾ ਤੁਸੀਂ ਕੰਮ ਕਰੋਗੇ ਉਹੋ ਜਿਹਾ ਤੁਹਾਨੂੰ ਹਮੇਸ਼ਾ ਫਲ ਮਿਲੇਗਾ। ਹਮੇਸ਼ਾ ਪ੍ਰਸੰਨ ਰਹਿਣ ਵਾਲਾ ਵਿਅਕਤੀ ਹਮੇਸ਼ਾ ਆਪਣੀ ਇਸ ਫੁਰਤੀ ਦਾ ਅਨੁਭਵ ਕਰਦਾ ਹੈ। ਬੁੱਲ੍ਹਾਂ 'ਤੇ ਮੁਸਕਰਾਹਟ ਲਈ ਆਪਣਾ ਕੰਮ ਕਰੋ, ਇਸ 'ਚ ਕਿੰਨਾ ਸੁੱਖ ਹੈ। ਹਮੇਸ਼ਾ ਆਪਣੇ ਆਪ ਨੂੰ ਰੱਖੋ। ਇੱਕ ਮੂਲ ਮੰਤਰ ਹੈ, ਮਨੋਵਧ ਦੀ ਭਾਵਨਾ ਸ਼ਕਤੀ ਹੈ ਅਤੇ ਵਿਰੋਧ ਤੇ ਅਸਮਾਨਤਾ ਦੀ ਭਾਵਨਾ ਦੁਰਬਲਤਾ ਹੈ। ਨਿਰਾਸ਼ਾਵਾਦ ਦੀ ਭਾਵਨਾ ਉਹਨਾਂ ਝਾੜੀਆਂ ਦੇ ਵਾਂਗ ਹੈ ਜਿਨ੍ਹਾਂ ਦੇ ਉੱਗਣ ਨਾਲ ਫਸਲ ਕਮਜ਼ੋਰ ਪੈ ਜਾਂਦੀ ਹੈ। ਸਾਡੇ ਜੀਵਨ ਦੀਆਂ ਸਮੱਸਿਆਵਾਂ ਕਿੰਨੀਆਂ ਆਸਾਨ ਹੋ ਜਾਣ ਜੇ ਅਸੀਂ ਸਮਝ ਲਈਏ ਕਿ ਮਨ ਸੰਬੰਧੀ ਸਿਧਾਂਤ ਵੀ ਠੀਕ ਉਸੇ ਪ੍ਰਕਾਰ ਕੰਮ ਕਰਦੇ ਹੈ ਜਿਸ ਪ੍ਰਕਾਰ ਵਿਗਿਆਨਕ ਸਿਧਾਂਤ ਜਾਂ ਸਰੀਰ ਸੰਬੰਧੀ ਸਿਧਾਂਤ। ਯਾਦ ਰੱਖੋ, ਦਿਮਾਗ 'ਚ ਆਇਆ ਹਰ ਇੱਕ ਵਿਚਾਰ ਇੱਕ ਬੀਜ ਹੈ, ਉਹਦੀ ਜ਼ਰੂਰਤ ਹੁੰਦੀ ਹੈ। ਹਰ ਕੰਮ ਧੰਦਾ ਜਾਂ ਪੇਸ਼ਾ ਆਪਣਾ ਸੁੰਦਰ ਕੰਮ ਹੈ, ਉਹ ਤੁਹਾਡੇ ਮਾਨਸਿਕ ਵਿਚਾਰਾਂ ਦਾ ਫਲ ਹੈ। ਤੁਸੀਂ ਆਪਣੀ ਇੱਛਾ, ਸਵੈ ਇੱਛਾ ਨਾਲ ਹੀ ਕੋਈ ਕੰਮ ਕਰਦੇ ਹੋ, ਉਹਦਾ ਹੀ ਫਲ ਭੋਗਦੇ ਹੋ। ਹੱਸਦੇ ਮੁਸਕਰਾਉਂਦੇ ਜੀਵਨ ਜੀਣਾ ਸਿੱਖੋ। ਪ੍ਰਸੰਨਤਾ ਦੇ ਨਾਲ ਹਰ ਇੱਕ ਕੰਮ ਕਰੋ। ਅਜਿਹਾ ਕਰਨ ਨਾਲ ਤੁਹਾਨੂੰ ਇੱਕ ਨਵੀਂ ਸ਼ਕਤੀ ਹਮੇਸ਼ਾ ਮਿਲਦੀ ਰਹੇਗੀ। ਤੇਜ਼ੀ ਨਾਲ ਤੁਸੀਂ ਆਪਣੇ ਰਸਤੇ 'ਤੇ ਵੱਧਦੇ ਰਹੋਗੇ। ਆਪਣਾ ਦੁੱਖ ਪੀ ਲਓ, ਆਪ ਬੁੱਲ੍ਹਾਂ 'ਤੇ ਮੁਸਕਰਾਹਟ ਰੱਖ ਕੇ ਕੰਮ ਕਰਦੇ ਰਹੋ। ਮੈਂ ਇੱਕ ਅਜਿਹੇ ਵਕੀਲ ਨੂੰ ਜਾਣਦਾ ਜੋ ਇੱਕ ਕਤਲ ਕਾਂਡ ਵਿੱਚ
ਅਪਰਾਧੀ ਦੀ ਤਰਫੋਂ ਬਹਿਸ ਕਰ ਰਿਹਾ ਸੀ। ਠੀਕ ਬਹਿਸ ਦੇ ਦੌਰਾਨ ਅਦਾਲਤ ਵਿੱਚ ਡਾਕੀਏ ਨੇ ਇੱਕ ਮਾਰਕੀਟ ਵਿੱਚੋਂ ਤਾਰ ਲਿਆ ਕੇ ਉਹਨੂੰ ਦੇ ਦਿੱਤੀ। ਉਹਨੇ ਪੜ੍ਹੀ, ਬਹਿਸ 'ਚ ਪੈ ਗਿਆ। ਬਹਿਸ ਪੂਰੀ ਨਾ ਹੋ ਪਾਈ। ਅਦਾਲਤ ਨੇ ਅਗਲੇ ਦਿਨ ਦੀ ਤਾਰੀਖ ਦੇ ਦਿੱਤੀ। ਵਕੀਲ ਨੇ ਤਾਰ ਦਿਖਾਉਂਦੇ ਕਿਹਾ, ਮੇਰੀ ਪਤਨੀ ਦੀ ਮੌਤ ਹੋ ਗਈ ਹੈ। ਮੁਕੱਦਮੇ ਦੀ ਤਾਰੀਖ 2 ਹਫ਼ਤੇ ਬਾਅਦ ਰੱਖੋ। ਅਦਾਲਤ ਦੇ ਲੋਕ ਦੰਗ ਰਹਿ ਗਏ। ਇੰਨਾ ਵੱਡਾ ਆਦਮੀ ਖਾਮੋਸ਼ੀ ਨਾਲ ਬਰਦਾਸ਼ਤ ਕਰ ਗਿਆ ਸੀ। ਮੱਥੇ 'ਤੇ ਸ਼ਿਕਨ ਨਹੀਂ ਆਉਣ ਦਿੱਤੀ। ਇਹਦੇ ਬਾਅਦ ਉਹ ਵਕੀਲ ਆਪਣੇ ਚੈਂਬਰ 'ਚ ਜਾ ਕੇ ਫੁੱਟ ਕੇ ਰੋਣ ਲੱਗਾ। ਇਹਨੂੰ ਕਹਿੰਦੇ ਆਤਮ ਸੰਜਮ। ਆਪਣੀ ਬਹਿਸ, ਆਪਣੇ ਪੇਸ਼ੇ 'ਚ ਉਸ ਵਕੀਲ ਨੇ ਰੁਕਾਵਟ ਨਹੀਂ ਆਉਣ ਦਿੱਤੀ। ਆਪਣਾ ਕਰਤੱਵ ਪੂਰਾ ਕੀਤਾ, ਫਿਰ ਰੋਣ ਬੈਠ ਗਿਆ। ਮੁਵੱਕਿਲ ਤੋਂ ਉਹਨੇ ਪੂਰੀ ਫੀਸ ਲਈ ਸੀ, ਇਸ ਲਈ ਅਦਾਲਤ ਵਿੱਚ ਬਹਿਸ ਕਿਵੇਂ ਰੋਕ ਸਕਦਾ ਸੀ। ਇਹੀ ਵਕੀਲ ਅੱਗੇ ਚੱਲ ਕੇ ਬਹੁਤ ਨਾਮੀ ਵਕੀਲ ਬਣਿਆ। ਮਨੁੱਖ ਦੀ ਸਫਲਤਾ ਦਾ ਇਹੀ ਰਾਜ ਹੈ। ਆਪਣਾ ਕਰਤੱਵ ਵੱਡੀ ਤੋਂ ਵੱਡੀ ਰੁਕਾਵਟ ਆਉਣ ਦੇ ਬਾਅਦ ਵੀ ਪ੍ਰਸੰਨਤਾਪੂਰਵਕ ਚਾਲੂ ਰੱਖੋ, ਤੁਸੀਂ ਮੰਜ਼ਿਲ ਪਾ ਜਾਓਗੇ। ਇਹੀ ਸਫਲਤਾ ਦਾ ਸਭ ਤੋਂ ਵੱਡਾ ਮੂਲ ਅੰਗ ਹੈ। ਉਦਾਸੀ, ਮਨਹੂਸੀਅਤ ਜਾਂ ਗੰਭੀਰਤਾ ਤਾਣ ਕੇ ਤੁਸੀਂ ਆਪਣਾ ਹੀ ਨੁਕਸਾਨ ਕਰਦੇ ਹੋ। ਇਹ ਗੱਲ ਭਲੀ ਭਾਂਤ ਸਮਝ ਲਓ। ਧੰਨਵਾਦ।